ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਦਾਨ ਕਰਨ ਦੀ ਪ੍ਰਥਾ ਯੁੱਗਾਂ ਤੋਂ ਚੱਲੀ ਆ ਰਹੀ ਆ ਅਤੇ ਜੋ ਵੀ ਸੱਜਣ ਰਾਜੇ ਮਹਾਰਾਜੇ ਜਿਹੜੇ ਦਾਨ ਕਰਦੇ ਆ ਰਹੇ ਸੀ, ਉਹਨਾਂ ਦੇ ਮਨ ਦੇ ਵਿੱਚ ਇੱਕ ਅਭਿਲਾਸ਼ਾ ਹੁੰਦੀ ਸੀ, ਜਿਹਨੂੰ ਗੁਰਬਾਣੀ ਨੇ ਆਖਿਆ ਕਿ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਕਿ ਉਹ ਦੇ ਕੇ ਉਹ ਤੋਂ ਕਈ ਗੁਣਾ ਹੋਰ ਮੰਗਦੇ ਆ ਤਾਂ ਜੋ ਸੰਸਾਰ ਦੇ ਵਿੱਚ ਉਹਨਾਂ ਦੀ ਸ਼ੋਭਾ ਹੋ ਸਕੇ। ਖਾਸ ਕਰਕੇ ਜ਼ਿਆਦਾਤਰ ਗਿਣਤੀ ਜਿਹੜੀ ਦਾਨ ਕਰਨ ਵਾਲਿਆਂ ਦੀ ਇਸ ਹਿਸਾਬ ਦੇ ਨਾਲ ਆ ਜਾਂਦੀ ਕਿ ਉਹਨਾਂ ਦੀ ਵਡਿਆਈ ਜਸ ਕੀਰਤੀ ਇਸ ਸੰਸਾਰ 'ਚ ਹੋ ਸਕੇ। ਪਰ ਕੁਝ ਸੱਜਣ ਐਸੇ ਆ ਨਾ, ਜਿਨ੍ਹਾਂ ਦੀ ਗਿਣਤੀ ਤਾਂ ਹੈ ਬੜੀ ਘੱਟ, ਪਰ ਉਹਨਾਂ ਦੀ ਦਾਨ ਦੇਣ ਦੀ ਕਿਰਿਆ ਐਸੀ ਹੈ ਕਿ ਉਹਨਾਂ ਦੀ ਇਸ ਕਿਰਿਆ ਨੂੰ ਦੇਖ ਕੇ ਅਕਾਲ ਪੁਰਖ ਤਾਂ ਪ੍ਰਸੰਨ ਹੁੰਦੇ ਹੀ ਆ, ਅਤੇ ਨਾਲ ਜਿੰਨੇ ਵੀ ਸਾਧੂ ਸਮਾਜ ਹੈ ਨਾ, ਉਹ ਸਾਰਾ ਹੀ ਜਿਹੜਾ ਨਾ ਪ੍ਰਸੰਨ ਹੋ ਜਾਂਦਾ ਹੈਗਾ। ਜਿਵੇਂ ਕਿ ਇੱਕ ਸੱਜਣ ਜਿਹੜੇ ਸੀਗੇ ਉਹ ਗਰਾਂ ਲਾਗੇ ਪਿੰਡ ਦੇ ਰਹਿੰਦੇ ਸੀਗੇ। ਉਹ ਦਾਸ ਨੂੰ ਦੱਸਦੇ ਸੀਗੇ ਕਿ ਉਹਨਾਂ ਦਾ ਜਿਹੜਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਨਾ, ਇਸ ਗੁਰਦੁਆਰੇ ਸਾਹਿਬ ਤੋਂ ਜਿਹੜੀ ਗਲੀ ਪਿੰਡ ਨੂੰ ਜਾਂਦੀ ਸੀ ਉਹ ਬਹੁਤ ਜ਼ਿਆਦਾ ਤੰਗ ਸੀ। ਉਹ ਇੰਨੀ ਜ਼ਿਆਦਾ ਤੰਗ ਸੀਗੀ ਕਿ ਅਗਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਕਿਸੇ ਵੀ ਕਾਰਜ ਦੇ ਵਾਸਤੇ ਉੱਥੋਂ ਗੁਰਦੁਆਰੇ ਸਾਹਿਬ ਤੋਂ ਲੈ ਕੇ ਆਪਾਂ ਉਸ ਗਲੀ ਵਿੱਚ ਦੀ ਲੰਘਦੇ ਸੀ ਤਾਂ ਬੜਾ ਟੇਢਾ ਹੋ ਕੇ ਜਿਹੜਾ ਸੀ ਉਹ ਲੰਘਣਾ ਪੈਂਦਾ ਸੀਗਾ। ਇੰਨੀ ਉਹ ਗਲੀ ਛੋਟੀ ਸੀਗੀ। ਅਤੇ ਨਾਲ ਜਿਸ ਵਿਅਕਤੀ ਦਾ ਘਰ ਉਸ ਗੁਰਦੁਆਰੇ ਸਾਹਿਬ ਦੀ ਗਲੀ ਦੇ ਨਾਲ ਲੱਗਦਾ ਸੀਗਾ, ਉਹ ਵੈਸੇ ਖਾਲੀ ਪਿਆ ਸੀਗਾ। ਖਾਲੀ ਹੋਣ ਕਰਕੇ ਅਤੇ ਪਿੰਡ ਦੀ ਸੰਗਤ ਅਤੇ ਹੋਰ ਜਿੰਨੇ ਪਿੰਡ ਦੀ ਪੰਚਾਇਤ ਜਾਂ ਸੇਵਾਦਾਰ ਸੀ, ਉਹਨਾਂ ਨੇ ਸੱਜਣ ਨੂੰ ਕਿਹਾ ਕਿ ਤੁਸੀਂ ਹੈ ਨਾ ਸਾਨੂੰ ਇਸ ਗਲੀ ਵਾਸਤੇ ਥੋੜ੍ਹਾ ਖੁੱਲ੍ਹਾ ਰਸਤਾ ਦੇ ਦਿਓ, ਅਤੇ ਤੁਸੀਂ ਹੈ ਨਾ ਜਿੰਨੇ ਵੀ ਪੈਸੇ ਆਪਣੇ ਤੁਹਾਨੂੰ ਲੋੜ ਆ ਅਸੀਂ ਤੁਹਾਨੂੰ ਦੇ ਦੇਵਾਂਗੇ। ਪਰ ਉਹ ਸੱਜਣ ਜਿਨ੍ਹਾਂ ਦਾ ਥਾਂ ਗਲੀ ਦੇ ਨਾਲ ਲੱਗਦਾ ਸੀਗਾ, ਉਹਨਾਂ ਨੂੰ ਪਤਾ ਨਹੀਂ ਮਨ ਦੇ ਵਿੱਚ ਗੁਰੂ ਘਰ ਦੇ ਨਾਲ ਈਰਖਾ ਸੀ, ਦਵੈਸ਼ ਸੀਗਾ, ਅਤੇ ਉਹਨਾਂ ਨੇ ਇਹ ਗੱਲ ਜਿਹੜੀ ਸੀ ਪੱਕੀ ਮਨ 'ਚ ਧਾਰ ਲਈ ਸੀ ਕਿ ਮੈਂ ਆ ਜਿਹੜੀ ਜਗ੍ਹਾ ਹੈਗੀ ਆ ਇਹ ਗੁਰਦੁਆਰੇ ਸਾਹਿਬ ਦੇ ਨਾਂ ਨਹੀਂ ਕਰਾਉਣੀ, ਚਾਹੇ ਕੁਛ ਵੀ ਹੋ ਜਾਵੇ। ਦੇਖੋ ਕੁਛ ਆਦਮੀਆਂ ਦਾ ਨਾ ਵਤੀਰਾ ਇਸ ਤਰ੍ਹਾਂ ਹਿਸਾਬ ਦਾ ਹੁੰਦਾ ਜਿਹਨੂੰ ਅੜੀਅਲ ਵਤੀਰਾ ਕਹਿੰਦੇ ਆ, ਜਿਨ੍ਹਾਂ ਨੂੰ ਇਸ ਚੀਜ਼ ਦੀ ਸੁੱਝ ਹੀ ਨਹੀਂ ਹੈਗੀ। ਪਰ ਦੇਖੋ ਕੁਛ ਸਮਾਂ ਜਿਹੜਾ ਸੀ ਇਸ ਤਰ੍ਹਾਂ ਬੀਤਦਾ ਗਿਆ। ਇੱਕ ਵਾਰ ਉਹ ਸੱਜਣ ਨੇ ਇਸ ਆਪਣੇ ਸਾਰੇ ਥਾਂ ਦਾ ਸੌਦਾ ਜਿਹੜਾ ਸੀ ਕਿਸੇ ਬਾਹਰ ਦੇ ਵਿਅਕਤੀ ਦੇ ਨਾਲ ਕਰ ਦਿੱਤਾ, ਜੋ ਪਿੰਡੋਂ ਕਿਤੇ ਦੂਰ ਰਹਿੰਦਾ ਸੀਗਾ। ਜਦ ਦੂਰ ਰਹਿੰਦਾ ਸੀਗਾ ਅਤੇ ਉਸ ਬੰਦੇ ਗੁਰਮੁਖ ਪਿਆਰੇ ਨੇ ਕੀ ਕੀਤਾ ਕਿ ਜਦੋਂ ਇਹ ਸੌਦੇ ਦਾ ਬਿਆਨਾ ਦੇਣ ਲੱਗਾ, ਉਹਨੇ ਕਹਿਤਾ ਕਿ ਅਗਰ ਤੂੰ ਮੈਨੂੰ ਮੈਂ ਤੈਨੂੰ ਬਿਆਨਾ ਦੇ ਦਿੰਦਾ ਹੈ, ਜਿੰਨਾ ਤੂੰ ਮੂੰਹ ਮੰਗਾ ਬਿਆਨਾ ਕਹੂੰਗਾ ਮੈਨੂੰ ਦੇ ਦੂੰਗਾ, ਅਤੇ ਪਰ ਮੇਰੀ ਇਹਦੇ ਵਿੱਚ ਇੱਕ ਸ਼ਰਤ ਹੈ ਜਗ੍ਹਾ ਲੈਣ ਤੋਂ ਪਹਿਲਾਂ। ਉਹ ਜਗ੍ਹਾ ਵਾਲਾ ਸੱਜਣ ਕਹਿੰਦਾ ਕਿ ਦੱਸੋ ਕੀ ਗੱਲ ਹੈ। ਫਿਰ ਉਹ ਕਹਿਣ ਲੱਗਾ ਸੀਗਾ ਕਿ ਮੈਂ ਤੈਨੂੰ ਮੂੰਹ ਮੰਗਿਆ ਬਿਆਨਾ ਦੇ ਦਿੰਦਾ, ਅਗਰ ਤੂੰ ਆਪਣੇ ਬਿਆਨੇ ਤੋਂ ਮੁੱਕਰ ਗਿਆ ਤਾਂ ਮੈਂ 4 ਗੁਣਾ ਜਿਹੜੀ ਆਪਣੀ ਰਕਮ ਹੈ ਨਾ ਤੇਰੇ ਤੋਂ ਵਾਪਸ ਲਵਾਂਗਾ। ਦੇਖੋ ਇਹ ਸਾਰੇ ਜਿਹੜੇ ਸੀ ਪੱਕੇ ਕਾਗਜ਼ ਅਸ਼ਟਾਮ ਦੇ ਉੱਪਰ ਹੈ ਨਾ ਸਾਰੀ ਗੱਲ ਜਿਹੜੀ ਸੀ ਉਹ ਲਿਖਤੀ ਰੂਪ ਦੇ ਵਿੱਚ ਉਹ ਸੱਜਣ ਨੇ ਲੈ ਲਈ। ਜਦ ਲੈ ਲਈ, ਖੈਰ ਉਹ ਮਾਇਆ ਦੇ ਲੋਭ ਦੇ ਵਿੱਚ ਉਹ ਜਿਹੜਾ ਸੱਜਣ ਜਿਹਦੀ ਜਗ੍ਹਾ ਗੁਰਦੁਆਰੇ ਸਾਹਿਬ ਦੇ ਨਾਲ ਲੱਗਦੀ ਸੀਗੀ, ਮਾਇਆ ਦੇ ਲੋਭ ਦੇ ਵਿੱਚ ਆ ਕੇ ਉਹਨੇ ਇਹ ਸਾਰੀ ਜਿਹੜੀ ਸੀ ਜਗ੍ਹਾ ਉਸ ਸੱਜਣ ਨੂੰ ਜਿਹੜੀ ਸੀ ਉਹ ਵੇਚਣ ਦਾ ਕਹਿ ਤਾ ਕਿ ਤੂੰ ਇੰਨੀ ਤਰੀਕ ਨੂੰ ਹੈ ਨਾ ਕਚਹਿਰੀਆਂ ਕਾਗਜ਼ ਪੱਤਰ ਤਿਆਰ ਕਰ ਲਈ ਅਤੇ ਉੱਥੇ ਆ ਜੀ। ਜਦ ਉਹ ਕਾਗਜ਼ ਪੱਤਰ ਤਿਆਰ ਕੀਤੇ, ਉਸ ਬਾਹਰਲੇ ਸੱਜਣ ਨੇ ਕੀਤਾ ਇਹ ਸਾਰੀ ਜਿਹੜੀ ਜਗ੍ਹਾ ਜਿਹੜੀ ਉਹ ਸੱਜਣ ਤੋਂ ਬਿਆਨੇ ਦੇ ਰੂਪ ਦੇ ਵਿੱਚ ਪਹਿਲਾਂ ਲਈ ਸੀਗੀ, ਉਹ ਸਾਰੀ ਜਿਹੜੀ ਸੀਗੀ ਉਹ ਗੁਰਦੁਆਰੇ ਸਾਹਿਬ ਦੇ ਨਾਂ ਕਰ ਦਿੱਤੀ। ਜਦ ਗੁਰਦੁਆਰੇ ਸਾਹਿਬ ਦੇ ਨਾਂ 'ਤੇ ਸਾਰੇ ਕਾਗਜ਼ ਪੱਤਰ ਬਣਾਤੇ, ਅਤੇ ਪਰ ਜਦੋਂ ਰਜਿਸਟਰੀ ਕਰਨ ਲੱਗੇ ਉਹ ਉੱਥੇ ਸਾਈਨ ਹੋਣ ਲੱਗੇ ਤਾਂ ਉਹ ਜਿਹੜਾ ਸੱਜਣ ਜਿਹਦਾ ਅੜੀਅਲ ਵਤੀਰਾ ਸੀਗਾ, ਉਹ ਦੇਖ ਕੇ ਜਿਹੜਾ ਸੀਗਾ ਉਹ ਵੀ ਇਹ ਸਾਰੀ ਜਗ੍ਹਾ ਇਹਨੇ ਆਪਣੇ ਨਾਂ ਨਹੀਂ ਕਰਾਈ, ਇਹ ਗੁਰਦੁਆਰੇ ਦੇ ਨਾਮ 'ਤੇ ਸਾਰੇ ਕਾਗਜ਼ ਪੱਤਰ ਬਣਾ ਕੇ ਆਪਣੇ ਜਿਹੜੇ ਹੈਗੇ ਉਹ ਵਕੀਲਾਂ ਤੋਂ ਬੈਠਾ ਹੈਗਾ। ਉਹ ਸੱਜਣ ਕਹਿਣ ਲੱਗਾ ਕਿ ਮੈਂ ਇਹ ਜਗ੍ਹਾ ਗੁਰਦੁਆਰੇ ਸਾਹਿਬ ਨੂੰ ਬਿਲਕੁਲ ਨਹੀਂ ਦੇਣੀ, ਹਾਂ ਅਗਰ ਤੂੰ ਲੈਣੀ ਹੈ ਤਾਂ ਮੈਂ ਤੈਨੂੰ ਦੇ ਸਕਦਾ। ਜਦ ਇੰਨੀ ਗੱਲ ਹੋਈ ਤਾਂ ਉਹ ਸੱਜਣ ਜਿਹਨੇ ਜਗ੍ਹਾ ਲਈ ਸੀ ਉਹ ਕਹਿਣ ਲੱਗੇ, ਕਹਿੰਦੇ ਦੇਖ ਭਾਈ ਮੈਂ ਤੈਨੂੰ ਬਿਆਨਾ ਦੇ ਚੁੱਕਾ ਹੈਗਾ, ਅਤੇ ਮੈਂ ਇਹ ਜਿਹੜੇ ਕਾਗਜ਼ ਪੱਤਰ ਵਾ ਇਹ ਜਗ੍ਹਾ ਸਾਰੀ ਗੁਰਦੁਆਰੇ ਸਾਹਿਬ ਦੇ ਨਾਂ ਕਰਾਉਣੀ ਆ। ਅਗਰ ਤੈਨੂੰ ਮਨਜ਼ੂਰ ਹੈ ਤਾਂ ਠੀਕ ਹੈ, ਅਗਰ ਤੈਨੂੰ ਨਹੀਂ ਮਨਜ਼ੂਰ ਤਾਂ ਫਿਰ ਭਾਈ ਜਿਹੜਾ ਬਿਆਨੇ ਦੀ ਸ਼ਰਤ ਹੈ ਕਿ ਅਗਰ ਤੂੰ ਇਸ ਜਗ੍ਹਾ ਵੇਚਣ ਤੋਂ ਮੁੱਕਰ ਗਿਆ ਤਾਂ ਇਹ ਬਿਆਨਾ ਤੈਨੂੰ 4 ਗੁਣਾ ਹੋ ਕੇ ਮੈਨੂੰ ਜਿਹੜਾ ਸੀ ਵਾਪਸ ਕਰਨਾ ਪਊਗਾ। ਦੇਖੋ ਜਦ ਇੰਨੀ ਗੱਲ ਹੋਈ ਸੀ ਤਾਂ ਉਹ ਜਿਹੜੇ ਸੱਜਣ ਜਗ੍ਹਾ ਵੇਚਣ ਵਾਲੇ ਸੀ ਉਹ ਇਸ ਗੱਲ ਦੇ ਵਿੱਚ ਆ ਕੇ ਜਿਹੜੇ ਸੀ ਆਪਣੇ ਆਪ ਦੇ ਵਿੱਚ ਫਸ ਗਏ। ਜਦ ਫਸ ਗਏ ਵੀ ਹੁਣ ਕੀ ਹੋ ਸਕਦਾ, ਇੱਕ ਤਾਂ ਮੈਂ ਬਿਆਨੇ ਦੀ ਰਕਮ ਬਹੁਤ ਭਾਰੀ ਲੈ ਲਈ ਆ ਇਸ ਲਾਲਚ ਵਿੱਚ ਆ ਗਏ, ਅਤੇ ਦੂਸਰੀ ਸ਼ਰਤ ਵੀ ਮੰਨ ਲਈ ਆ ਕਿ ਅਗਰ ਮੈਂ ਮੁਕਰੂੰਗਾ ਤਾਂ ਮੈਂ 4 ਗੁਣਾ ਬਿਆਨਾ ਵਾਪਸ ਕਰੂੰਗਾ। ਗੱਲ ਕੀ ਫਿਰ ਉਹ ਜਿਹੜੀ ਜਗ੍ਹਾ ਸੀਗੀ ਉਹਨੂੰ ਉੱਤੇ ਆਪਣੀ ਮਜਬੂਰੀ ਬਸ ਹੋ ਕੇ ਹੈ ਨਾ ਸਾਈਨ ਕਰਨੇ ਪਏ। ਤਾਂ ਜਿਹੜੀ ਸਾਰੀ ਜਿਹੜੀ ਰਜਿਸਟਰੀ ਸੀਗੀ ਉਹ ਸਾਰੀ ਰਜਿਸਟਰੀ ਗੁਰੂ ਘਰ ਦੇ ਨਾਮ ਜਿਹੜੀ ਸੀ ਉਹ ਸੱਜਣ ਨੇ ਜਿਹੜੀ ਸੀ ਲਵਾ ਦਿੱਤੀ।
जद रजिस्ट्री हो गई, सारे कागज़ पत्र पूरे हो गए, वो सज्जन आए, उन्होंने सज्जणा ने आके वो सारी रजिस्ट्री के कागज़ पत्र गुरुद्वारे साहब आके धन गुरु ग्रंथ साहब के अगे रख के मत्था टेक दिता तो आप चले गए। जद आप चले गए 2-4 दिन वो कागज़ इस तरह पै रहे, पर जो गुरुद्वारे ग्रंथी सिंह ने जिहड़े लोकां नूं दस्सिया जां पंचायत नूं दस्सिया कि उत्थे पता नहीं कोई पेपर जिहड़े हैगे वो रख गया हैगा, तो 2-4 दिन हो गए कोई सज्जन वापस नहीं आया। पर जदों पंचायत ने जां पिंड दी संगत ने वो कागज़ पत्र खोले, जद कि देखिया वो जिहड़ा अड़ियल बतीरे वाला बंदा सी जिन्हें जगह बेची सीगी, वो सारी जिहड़ी जगह सीगा वो सज्जन ने ना गुरुद्वारे साहब दे नां कर दित्ती सी। ते अजे तक किसी संगत नूं ये नहीं पता लगा कि वो सज्जन किहड़े पिंड दे सीगे, कित्थों आए सी, ते किवें उन्हां ने जगह किसी जुगती दे नाल लै के ये जगह गुरु घर दे नूं जणी दान कर दित्ती सी। सो विच बड़ा इस गल का गौरव हुंदा, बड़ा माण हुंदा हैगा कि हजे भी साडे पंथ दे अंदर इस तरह के गुरमुख प्यारे विचरदे आ कि जिन्हां नूं दान करन दा जिहड़ा तरीका है, उस दान करन दी जुगती दे विच वाहिगुरू दी बख्शिश, वाहिगुरू दी प्रसन्नता जां साध संगत दीआं असीसां मानण दे जिहड़े इस तरह के मौके आ जदों प्राप्त हुंदे आ, तो फिर पता लगदा कि दान करन दी असल जिहड़ी विधि है की है, जिन्हों असी कहते हैं कि सज्जा हथ दान करे तो खब्बे नूं पता ना लगे। ना उस सज्जण का पता लगा कि वह किहड़ा पिंड सीगा, उन्हें इन्नी भारी रकम दे के ये सारी जगह खरीदी आ, वह साडे पिंड नाल कोई संबंध नहीं सीगा। वो सारी जगह जिहड़ी सी गुरुद्वारे दे नां कराती। देखो जिथे भीड़ी गली सीगी ते वो फिर जिहड़ी भीड़ी गली तां खोली होनी सी, बाकी भी बहुत सारी जगह जिहड़ी पूरी दी पूरी ने बेचती सी, वो सारी जिहड़ी सी गुरुद्वारे साहब दे जदों नां कराई तो उत्थे फिर देखो उस गुरुद्वारे की कमेटी ने फिर देखो कितनी खुशी दे विच उत्थे फिर थोड़ा लंगर हाल लंबा करके बनाता। होर भी सारियां जिहड़ियां सुख सुविधा गुरु साहब चाहीदियां सीगियां गुरुद्वारे साहब नूं, वो सारियां जिहड़ियां सुख सुविधा सीगियां सारी संगत नूं प्राप्त हो गई। सो इस तरह एक सज्जन जिहड़े सीगे वो इधर दूर दे बंबे साइड दे रहण वाले सीगे। उन्हां ने है ना उन्हां टाइमां दे विच किसी नगर दे विच एक पानी की टैंकी लवाई। जद पानी की टैंकी लवाई उस टाइम उन्हां दा खर्चा उन्हां समयां दे विच ना 5 लाख रुपया आया सीगा। जगह खरीदी, पानी की टैंकी लाई, तो जदों पानी की टैंकी लाई तो जिद्दण उहदा उद्घाटन समारोह करना सीगा, तो उस टाइम फिर जिहड़े सी आले दुआले दे पिंडां दी जिहड़ियां संगतां सीगियां, क्योंकि सारे पिंड नूं टैंकी की सहूलत देनी सीगी, वो सारिਆਂ ਦਾ इकट्ठ किया गया। तो ਉਹਦੇ ਵਿੱਚ एक ना मोनी साधु हुंदे सी, वो भी बुलाए गए। जब मोनी साधु आए तो वो सज्जन पहलां भी जिहड़े सीगे दूर दूर जिहड़े सी वो जिन्नी भी अपनी बेतनसार दान करदे सीगे, ते इसे ही नगर दे विच उन्हां ने एक टैंकी जिहड़ी लवा के ये पानी की सहूलत सारे नगर नूं दित्ती। पर जदों उस पिंड की पंचायत ते बाकी सारे सज्जन जिहड़े इकट्ठे होए ते एक मोनी महात्मा भी उत्थे बुलाए गए। जब मोनी महात्मा उत्थे सद्दे गए सीगे तो फिर की होया कि वो सारी पंचायत ने, कमेटी ने ते संगत ने आपस में सलाह की कि ये सज्जन जिन्हां ने टैंकी लवाई आ, इन्ना वधिया काम कीता, परोपकार दा एडा वड्डा दान कीता हैगा, इन्हां नूं है ना बख्शिश दे रूप दे विच असीं सरोपा जिहड़ा है वो भेंट करिए। उन्हां ने की कीता, एक माला लई ते एक जिहड़ा सरोपा, माला ते सरोपा जिहड़ा सीगा वो सज्जन नूं देण वास्ते एक जिहड़े कोई मोनी साधु सीगे उस इलाके दे विच उन्हां नूं बुलाया। ते जदों मोनी साधु आए, जद सरोपा देण दी बारी आई तो मोनी साधु जिहड़े सीगे बोलदे नहीं सी, पर उन्हां ने है ना एक कागज़ ते पर्ची लिख दित्ती। पर्ची ते कुछ लिखिया, लिख के है ना वो जिन्हां ने दान कराई सी, टैंकी बनाई, सारा कुछ कीता सी, उन्हां नूं जिहड़ी वो दे दित्ती। जदों पर्ची दित्ती तो पर्ची दे विच लिखिया सीगा कि बड़ी खुशी है कि तुसीं 5 लाख रुपया जिहड़ा हैगा वो सारा ढाडी अपनी लागत ला के जिहड़ा इलाके दा पानी दे के बड़ा परोपकार कीता। पर जिहड़ा माड़ा ते शॉल ये जिहड़े सेवादार आ जां कमेटी वाले आ जां कोई भी आदमी इत्थे हैगे तुहानूं वो दे के है ना ते तुहाडी जिहड़ी हैगी वो वडियाई तुहानूं देना चाहुंदे आ। पर एक चीज़ का ख्याल रखियो, ये जिहड़ी माला हैगी आ इहदी कीमत 5 रुपए ते तुसीं सेवा कीती आ 5 लाख की। ये जिहड़ी 5 रुपए की माला फिर इहदी कीमत जिहड़ी आ 5 लाख के बराबर हो जाऊगी। जदों पर्ची दे उत्ते इस तरह की जिहड़ी सी उन्हां मोनी साधु ने गल लिखी कि इस माला की कीमत 5 लाख के बराबर जिहड़ी है वो मन्नी जानी आ। जद इन्नी गल होई आ ते थल्ले उन्हें अपना जिहड़ा सीगा वो सैन जां सिग्नेचर दस्खत करके जिहड़ी सी पर्ची दित्ती सी। जदों 5 लाख देण वाले जिहड़े सज्जण सीगे उन्हां ने जदों पर्ची
ਪੜ੍ਹ ਕੇ ਜਿਹੜੇ ਸੀ ਉਹ ਬੜੇ ਹੈਰਾਨ ਵੀ ਹੋਏ, ਪਰ ਗੱਲ ਉਹਨਾਂ ਦੀ ਪਕੜ 'ਚ ਆ ਗਈ। ਕਿਉਂ? ਪਹਿਲਾਂ ਵੀ ਉਹ ਦਾਨ ਕਰ ਚੁੱਕੇ ਸੀ। ਉਹਨਾਂ ਦੇ ਮਨ 'ਚ ਆਈ ਵੀ ਇਹਨਾਂ ਮਹਾਂਪੁਰਖਾਂ ਦਾ ਇਸ਼ਾਰਾ ਇਹ ਹੀ ਆ ਕਿ ਅਗਰ ਤੂੰ ਇਹ ਜਿਹੜਾ ਸਰੋਪਾ ਵਡਿਆਈ ਜਿਹੜੀ ਆ ਇਸ ਕਮੇਟੀ ਤੋਂ ਲੈ ਲਈ ਤਾਂ ਤੇਰੀ ਜਿੰਨੀ ਵੀ ਸੇਵਾ ਹੈ ਨਾ ਉਹਦਾ ਕੋਈ ਜਿਹੜਾ ਹੈਗਾ ਗੁਰੂ ਦੀ ਨਜ਼ਰ ਦੇ ਵਿੱਚ, ਅਕਾਲ ਪੁਰਖ ਦੀ ਨਜ਼ਰ ਦੇ ਵਿੱਚ ਕੋਈ ਕੀਮਤ ਨਹੀਂ ਰਹਿ ਜਾਣੀ। ਭਾਵੇਂ ਸੰਸਾਰ ਦੇ ਵਿੱਚ ਲੋਕੀ ਤੇਰੀ ਜੈ ਜੈਕਾਰ ਕਰਨ, ਪਰ ਅਸਲ ਦੇ ਵਿੱਚ ਜਿਹੜੀ ਪ੍ਰਸੰਨਤਾ ਹੈਗੀ ਆ ਗੁਰੂ ਜਨਾਂ ਦੀ, ਉਸ ਵਾਹਿਗੁਰੂ ਜੀ ਦੀ, ਉਹ ਤੂੰ ਹਾਸਲ ਨਹੀਂ ਕਰ ਸਕਦਾ। ਦੇਖੋ ਫਿਰ ਉਹਨਾਂ ਦਾਨੀ ਸੱਜਣਾਂ ਨੇ ਕੀ ਕੀਤਾ ਸੀਗਾ ਕਿ ਉਹ ਮਾਲਾ ਅਤੇ ਸਰੋਪਾ ਜਿਹੜੀ ਵੀ ਉਹਨਾਂ ਨੂੰ ਵਡਿਆਈ ਜਿਹੜੀ ਉਹ ਸਾਰੇ ਦੇਣ ਹੀ ਚਾਹੁੰਦੇ ਸੀ, ਉਹਨਾਂ ਨੇ ਉਹ ਲੈਣ ਤੋਂ ਨਾਂਹ ਕਰ ਦਿੱਤੀ ਸੀ। ਅਤੇ ਜਦ ਉਹਨਾਂ ਨਾਂਹ ਤੋਂ ਲੈਣ ਕਰ ਦਿੱਤੀ, ਪਰ ਕਮੇਟੀ, ਗੁਰੂ ਘਰ ਦੀ ਸੰਗਤ ਅਤੇ ਹੋਰ ਵੀ ਜਿਹੜੇ ਆਲੇ ਦੁਆਲੇ ਦੇ ਪਤਵੰਤੇ ਸੱਜਣ ਸੀਗੇ, ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਤੁਹਾਡਾ ਅਸੀਂ ਇਹ ਸਾਰੀ ਚੀਜ਼ ਦੇ ਕੇ ਹੈ ਨਾ, ਮਾਲਾ ਸਰੋਪਾ ਜਾਂ ਹੋਰ ਕੁਛ ਦੇ ਕੇ ਤੁਹਾਡਾ ਸਨਮਾਨ ਜ਼ਰੂਰ ਕਰਨਾ। ਪਰ ਉਹ ਦਾਨੀ ਸੱਜਣ ਜਿਹਨਾਂ ਟੈਂਕੀ ਲਵਾਈ ਸੀ ਉਹ ਕਹਿੰਦੇ ਵੀ ਨਹੀਂ, ਮੈਂ ਇਹ ਦਾਨ ਹਰਗਿਜ਼ ਪ੍ਰਾਪਤ ਨਹੀਂ ਕਰਨਾ। ਬਸ ਮੈਂ ਆਇਆ, ਮੈਨੂੰ ਇੰਨੀ ਖੁਸ਼ੀ ਆ ਕਿ ਮੈਂ ਤੁਹਾਡੇ ਨਗਰ ਦੇ ਦਰਸ਼ਨ ਕਰ ਚੁੱਕਾ, ਤੁਹਾਡੇ ਗੁਰਮੁਖ ਪਿਆਰੇ ਦੇ ਦਰਸ਼ਨ ਕਰ ਚੁੱਕਾ, ਔਰ ਖ਼ਾਸ ਕਰਕੇ ਇਹ ਜਿਹੜੇ ਤੁਸੀਂ ਮੋਨੀ ਸਾਧੂ ਬਣਾਏ ਆ, ਇਹਨਾਂ ਦਾ ਮੈਂ ਅੱਤ ਰਿਣੀ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਮਾਣ ਵਡਿਆਈ ਜਿਹੜੀ ਸੰਸਾਰ ਨੂੰ ਜਿਹਨੂੰ ਝੂਠੀ ਮਾਣ ਵਡਿਆਈ ਅਸੀਂ ਆਖਦੇ ਹਾਂ, ਇਸ ਤੋਂ ਮੈਨੂੰ ਸਾਵਧਾਨ ਕਰਕੇ ਹੈ ਨਾ ਮੈਨੂੰ ਬਚਾ ਲਿਆ ਹੈਗਾ। ਸੋ ਇਹ ਹੈ ਨਾ ਦਾਨ ਕਰਨ ਦੇ ਤਰੀਕੇ ਹੈ। ਜਿਵੇਂ ਇੱਕ ਸੱਜਣਾ ਨੇ ਕਿਸੇ ਧਾਰਮਿਕ ਅਸਥਾਨ ਦੇ ਉੱਤੇ ਕਿਸੇ ਡੇਰੇ ਦੇ ਵਿੱਚ ਇੱਕ ਕਮਰਾ ਬਣਾਇਆ। ਜਦ ਉਹਨੇ ਕਮਰਾ ਬਣਾਇਆ ਤਾਂ ਉਹਨੇ ਕੀ ਕੀਤਾ, ਉਸ ਕਮਰੇ ਦੇ ਵਿੱਚ ਇੱਕ ਅਲਮਾਰੀ ਲਿਆ ਕੇ ਕੱਪੜਿਆਂ ਦੀ ਖਾਲੀ ਰੱਖ ਦਿੱਤੀ। ਜਦ ਰੱਖ ਦਿੱਤੀ ਤਾਂ ਉਹਨਾਂ ਦਾ ਭਾਵ ਇਹ ਸੀ ਕਿ ਕਮਰਾ ਅਸੀਂ ਬਣਾਇਆ, ਇਸ ਕਰਕੇ ਅਲਮਾਰੀ ਰੱਖਣ ਦੇ ਨਾਲ ਇਹ 'ਤੇ ਸਾਡਾ ਕਬਜ਼ਾ ਜਿਹੜਾ ਸੀ ਕਮਰੇ 'ਤੇ ਬਣਿਆ ਰਹੂਗਾ। ਅਗਰ ਕੋਈ ਵੀ ਜਿਹੜਾ ਹੈ ਨਾ ਪ੍ਰੋਗਰਾਮ ਗੁਰੂ ਘਰ ਦਾ ਹੈਗਾ ਇੱਥੇ ਆਏਗਾ ਤਾਂ ਅਸੀਂ ਇੱਥੇ ਆ ਕੇ ਆਪਣੇ ਕਮਰੇ ਵਿੱਚ ਰਹਾਂਗੇ। ਇੱਕ ਵਾਰ ਕੀ ਹੋਇਆ, ਉਸੇ ਹੀ ਡੇਰੇ ਦੇ ਅੰਦਰ, ਉੱਥੇ ਹੀ ਆਸ਼ਰਮ ਅਸਥਾਨ ਦੇ ਵਿੱਚ ਹੈ ਨਾ ਕੋਈ ਖਾਸ ਪ੍ਰੋਗਰਾਮ ਜਿਹੜਾ ਸੀਗਾ ਉਹ ਆਇਆ। ਜਦ ਖਾਸ ਪ੍ਰੋਗਰਾਮ ਗੁਰੂ ਸਾਹਿਬਾਂ ਦਾ ਆਇਆ ਤਾਂ ਕਾਫੀ ਸੰਗਤ ਆਉਣ ਦਾ ਜਿਹੜਾ ਸੀਗਾ ਉੱਥੇ ਟੀਚਾ ਮਿਥਿਆ ਗਿਆ। ਇਸ ਕਰਕੇ ਕਿਉਂਕਿ ਜਿਹੜੇ ਉੱਥੇ ਦੇ ਖਾਸ ਮਹੰਤ ਸੀ ਹੈ ਨਾ, ਸੇਵਾਦਾਰ ਸੀ, ਅਤੇ ਉਹਨਾਂ ਨੇ ਸਾਰਾ ਪ੍ਰਬੰਧ ਜਿਹੜਾ ਸੀ ਸੰਗਤ ਦਾ ਆਉਣ ਵਾਸਤੇ ਕਰ ਰੱਖਿਆ ਸੀਗਾ ਕਿ ਸੰਗਤ ਨੇ ਆਉਣਾ, 2 ਦਿਨ ਰਾਤ ਵੀ ਰਹਿਣੀ। ਇਸ ਕਰਕੇ ਚਾਣਨੀਆਂ, ਕਨਾਤਾਂ ਤਾਂ ਹੋਰ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਸੰਗਤ ਵਾਸਤੇ ਮੁਹੱਈਆ ਕੀਤੀਆਂ ਗਈਆਂ। ਪਰ ਇੱਕ ਕੋਈ ਜਿਹੜਾ ਸੇਵਾਦਾਰ ਸੀ ਆਪਣਾ ਪਰਿਵਾਰ ਲੈ ਕੇ ਦੂਰੋਂ ਆਇਆ, ਉਹ ਮਹਾਂਪੁਰਖਾਂ ਦੇ ਮਨ 'ਚ ਨਹੀਂ ਸੀ। ਉਹਨਾਂ ਨੇ ਕੀ ਕੀਤਾ, ਉਹ ਦਾਨੀ ਸੱਜਣਾ ਦਾ ਜਿਹੜਾ ਕਮਰਾ ਸੀਗਾ ਹੈ ਨਾ, ਜਿਹਦੇ ਵਿੱਚ ਉਹਨੇ ਅਲਮਾਰੀ ਰੱਖੀ ਸੀ, ਉਹ ਕਮਰਾ ਉਹਨਾਂ ਨੂੰ ਰਹਿਣ ਵਾਸਤੇ ਦੇ ਦਿੱਤਾ। ਅਤੇ ਜਦ ਰਹਿਣ ਵਾਸਤੇ ਦਿੱਤਾ ਤਾਂ ਉਹਨਾਂ ਸੱਜਣਾ ਨੇ ਆਪਣਾ ਸਮਾਨ ਜਿਹੜਾ ਸੀ ਪਰਿਵਾਰ ਸਮੇਤ ਉਸ ਕਮਰੇ ਵਿੱਚ ਟਿਕਾ ਲਿਆ। ਜਦ ਸਮਾਨ ਟਿਕਾਇਆ ਗਿਆ ਅਤੇ ਫਿਰ ਕੀ ਹੋਇਆ, ਜਦ ਸ਼ਾਮ ਹੋਈ, ਉਹ ਜਿਨ੍ਹਾਂ ਨੇ ਕਮਰਾ ਦਾਨ ਕੀਤਾ ਸੀ ਉਹ ਵੀ ਸੱਜਣ ਜਿਹੜੇ ਸੀ ਉਸ ਗੁਰੂ ਘਰ ਦੇ ਵਿੱਚ ਆਏ ਗਏ। ਜਦ ਆ ਗਏ ਤਾਂ ਉਹਨੇ ਦੇਖਿਆ ਕਿ ਸਾਡਾ ਜਿਹੜਾ ਕਮਰਾ ਜਿਹੜਾ ਅਸੀਂ ਸੇਵਾ ਦਾ ਦਾਨ ਕੀਤਾ, ਇਹਦੇ ਵਿੱਚ ਕੋਈ ਹੋਰ ਹੀ ਪਰਿਵਾਰ ਆ ਕੇ ਬੈਠਾ ਹੋਇਆ। ਉਹਨਾਂ ਨੇ ਆਉਂਦਿਆਂ ਨੇ ਕੋਈ ਗੱਲ ਨਹੀਂ ਸੋਚੀ, ਕੋਈ ਬਾਤ ਨਹੀਂ ਸੋਚੀ, ਸਿੱਧਾ ਉਸ ਪਰਿਵਾਰ ਨੂੰ ਕਹਿ ਤਾ ਕਿ ਇਹ ਕਮਰਾ ਜਿਹੜਾ ਅਸੀਂ ਬਣਾਇਆ ਹੈਗਾ, ਇਹਦੇ ਵਿੱਚ ਆ ਸਾਡੀ ਜਿਹੜੀ ਅਲਮਾਰੀ ਪਈ ਆ ਅਤੇ ਇਸ ਕਮਰੇ ਦੇ ਵਿੱਚ ਅਸੀਂ ਰਹਿਣਾ ਹੈਗਾ, ਇਸ ਕਰਕੇ ਤੁਸੀਂ ਬਾਹਰ ਜਾਓ, ਜਿੱਥੇ ਮਰਜ਼ੀ ਰਹੋ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜਾ ਪਰਿਵਾਰ ਸੀ ਜਿਹੜਾ ਪਹਿਲਾਂ ਰਿਹਾ ਸੀਗਾ, ਉਹਦੇ ਮੁਖੀ ਸੱਜਣ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਸਾਨੂੰ ਪਤਾ ਨਹੀਂ ਸੀਗਾ, ਇਸ ਕਰਕੇ ਚਲੋ ਕੋਈ ਨਹੀਂ, ਅਸੀਂ ਸਮਾਨ ਆਪਣਾ ਬਾਹਰ ਕੱਢ ਲੈਂਦੇ ਹਾਂ, ਕਿਉਂਕਿ ਅਸੀਂ ਵੀ ਦੂਰੋਂ ਆਏ ਹਾਂ। ਅਗਰ ਚਲੋ ਬਾਹਰ ਜਿੱਥੇ ਵੀ ਖੁੱਲ੍ਹੀ ਕਨਾਤ ਜਗ੍ਹਾ ਮਿਲੀ, ਅਸੀਂ ਉੱਥੇ ਹੈ ਨਾ ਇਹ ਲੰਮੇ ਪੈ ਜਾਂਦੇ ਹਾਂ। ਇੰਨੀ ਗੱਲ ਹੋਈ, ਉਹ ਸੱਜਣਾ ਨੇ ਸਾਰਾ ਸਮਾਨ ਚੱਕਿਆ ਅਤੇ ਇੱਕ ਖੁੱਲ੍ਹੀ ਕਨਾਤ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲੀ ਹੈ ਨਾ, ਉੱਥੇ ਉਹਨਾਂ ਨੇ ਆਪਣਾ ਸਾਰਾ ਸਮਾਨ ਜਿਹੜਾ ਸੀ ਸ਼ਿਫਟ ਕਰ ਲਿਆ। ਜਦ ਸ਼ਿਫਟ ਕਰ ਲਿਆ, ਕੁਦਰਤੀ ਉਸੇ ਹੀ ਗੁਰੂ ਘਰ ਦੇ ਜਿਹੜੇ ਮੇਨ ਮਹੰਤ ਮਹਾਂਪੁਰਖ ਸੀਗੇ ਉੱਥੇ ਆਏ। ਜਦ ਉਹਨੇ ਚੱਕਰ ਲੈਣ ਨੂੰ ਕੀ ਦੇਖਿਆ, ਇਹ ਪਰਿਵਾਰ ਬਾਹਰ ਜਿਹੜਾ ਸੀ ਉਹ ਬੈਠਾ ਹੋਇਆ ਹੈਗਾ, ਇੱਕ ਜਗ੍ਹਾ ਆਪਣਾ ਸਮਾਨ ਟਿਕਾ ਕੇ ਆਪਣੇ ਬੱਚੇ ਬੱਚੀ ਇਹਦੇ ਨਾਲ। ਉਹ ਜਦੋਂ ਉਹਨਾਂ ਮਹਾਂਪੁਰਖਾਂ ਦੀ ਨਜ਼ਰ ਉਸ ਪਰਿਵਾਰ 'ਤੇ ਪਈ ਅਤੇ ਉਹਨਾਂ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਹੈ ਨਾ ਕਮਰਾ ਕਿ ਦਿੱਤਾ ਸੀਗਾ ਅਤੇ ਤੁਸੀਂ ਉਹ ਕਮਰੇ ਦੇ ਵਿੱਚੋਂ ਬਾਹਰ ਆ ਕੇ ਇਸ ਜਗ੍ਹਾ ਆਪਣਾ ਸਮਾਨ ਟਿਕਾ ਲਿਆ, ਗੱਲ ਕੀ ਹੋਈ? ਉਹ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਪਰਿਵਾਰ ਕਹਿਣ ਲੱਗਾ ਸੀ ਮਹਾਂਪੁਰਖਾਂ ਨੂੰ ਵੀ ਅਸੀਂ ਜਿਹੜਾ ਤੁਸੀਂ ਸਾਨੂੰ ਕਮਰਾ ਦਿੱਤਾ ਸੀ, ਅਸੀਂ ਉਹਦੇ ਵਿੱਚ ਆਪਣਾ ਸਮਾਨ ਤਾਂ ਟਿਕਾ ਲਿਆ ਸੀ, ਪਰ ਉਹ ਕਮਰਾ ਜਿਨ੍ਹਾਂ ਨੇ ਬਣਾਇਆ ਸੀਗਾ ਉਹ ਦਾਨੀ ਸੱਜਣ, ਉਹਨਾਂ ਨੇ ਸਾਨੂੰ ਕਹਿ ਤਾ ਵੀ ਇਹ ਕਮਰਾ ਸਾਡਾ ਆਪਣਾ ਹੈਗਾ, ਅਸੀਂ ਇਹਦੇ ਵਿੱਚ ਅਲਮਾਰੀ ਵੀ ਰੱਖੀ ਆ, ਇਸ ਕਰਕੇ ਤੁਸੀਂ ਇਹ ਕਮਰਾ ਖਾਲੀ ਕਰ ਦਿਓ ਅਤੇ ਬਾਹਰ ਜਿੱਥੇ ਮਰਜ਼ੀ ਜਾ ਕੇ ਹੈ ਨਾ ਤੁਸੀਂ ਆਪਣਾ ਜਿਹੜਾ ਹੈਗਾ ਰਿਹਾਇਸ਼ ਟਿਕਾਣਾ ਬਣਾ ਲਓ। ਜਦ ਇੰਨੀ ਗੱਲ ਹੋਈ ਤਾਂ ਉਹ ਦੇਖੋ ਮਹੰਤ ਜਿਹੜੇ ਮੇਨ ਸੀਗੇ, ਉਹਨਾਂ ਨੂੰ ਇਸ ਗੱਲ ਦੇ ਉੱਤੇ ਹੈ ਨਾ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਨਾਰਾਜ਼ਗੀ ਉਹਨਾਂ ਦੇ ਮਨ ਦੇ ਵਿੱਚ ਪ੍ਰਗਟ ਹੋਈ। ਜਦ ਨਾਰਾਜ਼ਗੀ ਪ੍ਰਗਟ ਹੋਈ, ਜਿਵੇਂ ਕਹਿ ਲਓ ਕਿ ਉਹਨਾਂ ਨੂੰ ਬੜਾ ਕ੍ਰੋਧ ਆ ਗਿਆ, ਉਹ ਕਹਿੰਦੇ ਚਲੋ ਠੀਕ ਆ, ਕੋਈ ਗੱਲ ਨਹੀਂ, ਮੈਂ ਦੇਖਦਾ ਹੈਗਾ। ਉਹ ਸੇਵਾਦਾਰ ਨੂੰ ਕਹਿਣ ਲੱਗੇ ਕਿ ਮੇਰੇ ਵਾਸਤੇ ਇੱਕ ਨਾ ਥੋੜਾ ਲੈ ਕੇ ਆ। ਉਹ ਇੰਨੀ ਗੱਲ ਹੋਈ, ਸੇਵਾਦਾਰ ਨੇ ਮਨ 'ਚ ਸੋਚਿਆ ਵੀ ਪਤਾ ਨਹੀਂ ਮਹਾਂਪੁਰਖਾਂ ਨੇ ਉਹ ਥੋੜਾ ਕੀ ਕਰਨਾ।
ਪਰ ਖੈਰ ਹੁਕਮ ਮੰਨ ਕੇ ਉਹ ਜਿਹੜਾ ਸੀਗਾ ਇੱਕ ਥੋੜਾ ਚੱਕ ਲਿਆ। ਉਹ ਥੋੜਾ ਮਹਾਂਪੁਰਖਾਂ ਨੇ ਹੱਥ 'ਚ ਫੜ ਲਿਆ, ਉੱਧਰ ਨੂੰ ਤੁਰ ਪਏ ਜਿੱਥੇ ਉਹ ਜਿਹੜੇ ਦਾਨੀ ਸੱਜਣ ਸੀ ਜਿਹਨੇ ਕਮਰਾ ਬਣਾਇਆ ਸੀਗਾ, ਉਸ ਪਾਸੇ ਜਿਹੜੇ ਚਲੇ ਗਏ। ਜਦ ਗਏ ਤੇ ਉਹਨਾਂ ਨੇ ਆਪਣੇ ਕਮਰੇ ਦੇ ਮੂਹਰੇ ਇੱਕ ਬੜਾ ਸੁੰਦਰ ਜਿਹੜਾ ਸਗੋਂ ਮਾਰਬਲ ਦਾ ਪੱਥਰ ਲਾ ਕੇ ਆਪਣੇ ਸਾਰੇ ਪਰਿਵਾਰਾਂ ਦੇ ਜਿਹੜੇ ਨਾਂ ਲਿਖੋ ਸੀ ਵੀ ਇਸ ਕਮਰਾ ਜਿਹੜਾ ਹੈਗਾ ਇਹਦੀ ਸੇਵਾ ਇਸ ਕਰਾਈ ਹੈ, ਇਹਦੇ ਵਿੱਚ ਫਲਾਨਾ ਸਿੰਘ, ਬਲਦ ਫਲਾਨਾ ਸਿੰਘ, ਸਾਰੇ ਟੱਬਰਾਂ ਦੇ ਨਾਂ ਲਿਖੇ ਸੀ। ਉਹ ਮਹਾਤਮਾ ਨੇ ਕੀਤਾ, ਥੋੜਾ ਚੱਕਿਆ, ਥੋੜਾ ਚੱਕ ਕੇ ਪਹਿਲਾਂ ਤਾਂ ਉਹ ਜਿਹੜੀ ਨੰਬਰ ਪਲੇਟ ਸੀ ਇਹਨੂੰ ਸਾਰੀ ਤੋੜ ਦਿੱਤੀ। ਜਦ ਨੰਬਰ ਪਲੇਟ ਸਾਰੀ ਤੋੜੀ ਗਈ ਤਾਂ ਉਹਨਾਂ ਨੂੰ ਦੇਖਦਿਆਂ ਜਿਹੜੀ ਸੀ ਸਾਰੀ ਸੰਗਤ ਉਹ ਸਭ ਇਕੱਠੀ ਹੋ ਗਈ ਉੱਥੇ। ਜਦ ਇਕੱਠੀ ਹੋ ਗਈ ਤਾਂ ਉਹ ਜਿਹੜੇ ਦਾਨੀ ਸੱਜਣ ਜਿਹੜੇ ਅੰਦਰ ਸਮਾਨ ਟਿਕਾ ਕੇ ਬੈਠੇ ਸੀਗੇ ਉਹ ਵੀ ਬਾਹਰ ਦੇਖਣਗੇ ਇਹ ਕੀ ਹੋ ਗਿਆ ਮਹਾਂਪੁਰਖਾਂ ਨੂੰ। ਜਦ ਉਹ ਨੰਬਰ ਪਲੇਟ ਤੋੜੀ ਗਈ ਤਾਂ ਫਿਰ ਉਹ ਮਹਾਤਮਾ ਕਹਿਣ ਲੱਗੇ, ਕਹਿੰਦੇ ਵੀ ਹੁਣ ਦੱਸੋ ਆ ਜਿਹੜੀ ਆ ਇਸ ਕਮਰੇ ਉੱਤੇ ਕੋਈ ਨੰਬਰ ਪਲੇਟ ਨਹੀਂ ਆ ਅਤੇ ਇਹ ਜਿਹੜਾ ਕਮਰਾ ਹੈਗਾ ਹੁਣ ਦੱਸੋ ਕਿਹਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਹ ਦਾਨੀ ਸੱਜਣ ਚੁੱਪ ਕਰਕੇ ਉਹਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਮਹਾਤਮਾ ਨੇ ਗੜ ਕੇ ਉਹਨਾਂ ਨੂੰ ਪੁੱਛਿਆ ਸੀ, ਕਹਿੰਦੇ ਵੀ ਇਹ ਦੱਸੋ ਇਸ ਕਮਰੇ 'ਤੇ ਤੁਹਾਡਾ ਕਿੰਨਾ ਖਰਚਾ ਆਇਆ। ਜਦ ਇੰਨੀ ਗੱਲ ਹੋਈ ਤਾਂ ਉਹ ਦਾਨੀ ਸੱਜਣ ਫਿਰ ਕਹਿਣ ਲੱਗੇ, ਜੀ ਸਾਡਾ ਨਾ ਇਸ ਕਮਰੇ 'ਤੇ ਇੰਨਾ 1000 ਜਾਂ ਇੰਨਾ ਲੱਖ ਰੁਪਈਆ ਜਿਹੜਾ ਇਸ ਕਮਰੇ 'ਚ ਲੱਗਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਹਾਤਮਾ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਇਹਨਾਂ ਦਾ ਜਿੰਨਾ ਖਰਚਾ ਹੋਇਆ ਵਿਦ ਵਿਆਜ ਹੁਣ ਤੱਕ ਇਹਨਾਂ ਨੂੰ ਸਾਰਾ ਵਾਪਸ ਕਰ ਦਿਓ। ਜਦ ਇੰਨੀ ਗੱਲ ਹੋਈ ਆ ਤਾਂ ਦੇਖੋ ਸੇਵਾਦਾਰ ਨੇ ਜਦ ਸਾਰੇ ਪੈਸੇ ਲਿਆ ਕੇ ਵਿਦ ਵਿਆਜ ਉਹਨਾਂ ਦੇ ਅੱਗੇ ਰੱਖੇ, ਉਹ ਦਾਨੀ ਸੱਜਣਾ ਦੇ ਮਨ ਦੇ ਵਿੱਚ ਬੜਾ ਪਛਤਾਵਾ ਹੋਇਆ। ਫਿਰ ਉਹ ਮਹਾਂਪੁਰਖਾਂ ਦੇ ਪੈਰੀਂ ਪੈ ਕੇ ਭੁੱਲਾਂ ਮੰਗਣੀ ਵੀ ਸਾਡੇ ਤੋਂ ਗਲਤੀ ਹੋ ਗਈ। ਅਤੇ ਜਦ ਗਲਤੀ ਹੋ ਗਈ ਆ ਤਾਂ ਫਿਰ ਕਰਦੇ ਕਰਦੇ ਮਹਾਂਪੁਰਖਾਂ ਦਾ ਜਿਹੜਾ ਸੀਗਾ ਤਾਮਸੀ ਰੂਪ ਦੇਖ ਕੇ ਹੌਲੀ ਹੌਲੀ ਜਦ ਠੰਡਾ ਹੋਇਆ ਤਾਂ ਫਿਰ ਮਹਾਤਮਾ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਭਾਈ, ਅਗਰ ਤੁਸੀਂ ਦਾਨ ਕੀਤਾ ਹੈਗਾ ਅਤੇ ਇਹ ਕੀਤਾ ਹੋਇਆ ਦਾਨ ਦੇ ਉੱਤੇ ਤੁਹਾਡਾ ਕੋਈ ਹੱਕ ਨਹੀਂ ਬਣਦਾ। ਜਿਹਨੇ ਦਾਨ ਕੀਤਾ, ਦਾਨ ਕੀਤੀ ਹੋਈ ਚੀਜ਼ ਜਿਹੜੀ ਹੈਗੀ ਆ ਉਹ ਜਿਹਨੂੰ ਦਾਨ ਕੀਤੀ ਜਾਂਦੀ ਹੈ ਉਹਦੇ ਪਾਸੇ ਚਲੀ ਜਾਂਦੀ, ਉਹ 'ਤੇ ਤੁਸੀਂ ਆਪਣਾ ਹੱਕ ਕਿਉਂ ਜਤਾਉਂਦੇ ਆ? ਫਿਰ ਹੀ ਦਾਨ ਕਰਨ ਦਾ ਜਿਹੜਾ ਹੈਗਾ ਉਹ ਫਾਇਦਾ ਹੈਗਾ। ਅਤੇ ਲੇਕਿਨ ਕਿ ਦਾਨ ਕੀਤੀ ਚੀਜ਼ ਉੱਤੇ ਤੁਸੀਂ ਵੀ ਆਪਣਾ ਅਧਿਕਾਰ ਰੱਖਦੇ ਆ ਅਤੇ ਫਿਰ ਤੁਹਾਡਾ ਕੀਤਾ ਹੋਇਆ ਦਾਨ ਉਹ ਦਾਨ ਨਹੀਂ ਰਹਿ ਜਾਂਦਾ। ਅਤੇ ਉਹ ਕਹਿਣ ਲੱਗੇ ਵੀ ਦੁਨੀਆਦਾਰੀ 'ਚ ਹੋ ਸਕਦਾ ਹੈਗਾ ਕਿ ਕਿਸੇ ਜਗ੍ਹਾ ਤੁਸੀਂ ਥਾਂ ਲੈ ਕੇ ਮਕਾਨ ਵਾਲਿਆ ਤੁਹਾਡਾ ਆਪਣਾ ਹੈ, ਤੁਸੀਂ ਉੱਥੇ ਖੋਲ੍ਹੋ ਨਾ ਖੋਲ੍ਹੋ, ਰਹੋ ਨਾ ਖੋਲ੍ਹੋ, ਤੁਹਾਡੀ ਆਪਣੀ ਨਿੱਜੀ ਪ੍ਰਾਪਰਟੀ ਹੈ। ਪਰ ਗੁਰੂ ਘਰਾਂ ਦੇ ਵਿੱਚ ਅਗਰ ਕਿਸੇ ਨੇ ਕੋਈ ਸੇਵਾ ਵਾਸਤੇ ਮਕਾਨ ਬਣਾਇਆ, ਕੋਈ ਕਮਰਾ ਬਣਾਇਆ ਹੈਗਾ, ਉਹ ਕਮਰਾ ਜਿਹੜਾ ਹੁਣ ਗੁਰੂ ਘਰ ਦਾ ਹੈਗਾ, ਨਾ ਕਿ ਤੁਹਾਡਾ। ਉਹ ਸਾਰੀ ਸੰਗਤ ਕੋਈ ਵੀ ਆਵੇ ਜਾਵੇ ਉਹ 'ਚ ਰਹਿ ਸਕਦਾ ਹੈਗਾ। ਜਦ ਇਹ ਸਾਰਾ ਗਿਆਨ ਉਹਨਾਂ ਮਹਾਤਮਾ ਨੇ ਉਹਨਾਂ ਨੂੰ ਸਾਰੀ ਸੰਗਤ ਦੇ ਵਿੱਚ ਦਿੱਤਾ ਸੀਗਾ ਅਤੇ ਉਹ ਸਾਰਾ ਪਰਿਵਾਰ ਜਿਹੜਾ ਮਨ ਹੀ ਮਨ ਬੜਾ ਸ਼ਰਮਿੰਦਾ ਹੋਇਆ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿੰਨਾ ਵੀ ਕੀਤਾ ਹੋਇਆ ਦਾਨ ਹੈ ਇਸੇ ਢੰਗ ਨਾਲ ਕਰਨਾ ਹੈਗਾ ਕਿ ਸਾਨੂੰ ਗੁਰੂ ਦੀ ਪ੍ਰਸੰਨਤਾ ਹਾਸਲ ਹੋ ਸਕੇ, ਗੁਰੂ ਦੀ ਵਡਿਆਈ ਹਾਸਲ ਹੋ ਸਕੇ। ਕਿਉਂ? ਅਸੀਂ ਵਾਹਿਗੁਰੂ ਤੇਰੇ ਦਿੱਤੇ ਵਿੱਚੋਂ ਹੀ ਦੇਣਾ ਹੈਗਾ। ਇਹ ਮਾਣ ਵਡਿਆਈ ਤੂੰ ਸਾਨੂੰ ਆਪ ਦੇ ਰਿਹਾ ਹੈਗਾ। ਅਤੇ ਨਹੀਂ ਤਾਂ ਅੱਜ ਕੱਲ੍ਹ ਸੰਸਾਰ ਦੇ ਵਿੱਚ ਇੱਕ ਛੋਟਾ ਪੱਖਾ ਵੀ ਚਾੜ੍ਹਨਾ ਹੋਵੇ ਅਤੇ ਜਿੰਨੇ ਵੀ ਪੱਖੇ ਦੇ ਪਰ ਵਾ ਉਹਨਾਂ ਸਾਰੇ ਪਰ ਦੇ ਉੱਪਰ ਆਪਣੀਆਂ ਜਿੰਨੀਆਂ ਵੀ ਅੰਗਲੀਆਂ ਸੰਗਲੀਆਂ ਸਾਰਿਆਂ ਦੇ ਨਾਂ ਲਿਖੇ ਹੁੰਦੇ ਆ। ਸੋ ਇਹੋ ਜਿਹੀਆਂ ਚੀਜ਼ਾਂ ਗੁਰੂ ਘਰ ਦੇ ਵਿੱਚ ਨਹੀਂ ਪਾਉਂਦੀਆਂ। ਗੁਰੂ ਘਰ 'ਚ ਉਹੀ ਚੀਜ਼ ਪਾਉਂਦੀ ਹੈ ਜਿਹੜੀ ਗੁਪਤ ਰੂਪ ਦੇ ਵਿੱਚ ਵਰਤਦੀ ਹੈ। ਅਤੇ ਜਿਹੜੀ ਗੁਪਤ ਰੂਪ 'ਚ ਵਰਤੀ ਆ ਤਾਂ ਵਾਹਿਗੁਰੂ ਵੀ ਆਪੂ ਗੁਪਤ ਹੈਗਾ ਅਤੇ ਉਹਨਾਂ ਨੂੰ ਪਤਾ ਹੈਗਾ ਕਿ ਕਿਸ ਭਾਵਨਾ ਨਾਲ ਇਸ ਸੱਜਣ ਨੇ ਜਿਹੜੇ ਹੈਗਾ ਇਹ ਦਾਨ ਜਾਂ ਸੇਵਾ ਕੀਤੀ ਆ। ਅਤੇ ਅਗਰ ਗੁਪਤ ਰੂਪ ਦੇ ਵਿੱਚ ਇਹ ਖੇਡ ਜਿਹੜੀ ਚੱਲਦੀ ਹੈਗੀ ਹੈ ਤਾਂ ਵਾਹਿਗੁਰੂ ਜੀ ਅਤ ਪ੍ਰਸੰਨ ਰਹਿੰਦੇ ਆ ਅਤੇ ਉਹਨਾਂ ਦੀਆਂ ਸੀਸਾਂ ਵੀ ਜਿਹੜੀਆਂ ਫਿਰ ਦਾਨੀ ਸੱਜਣਾ ਨੂੰ ਲੱਗਦੀਆਂ ਰਹਿੰਦੀਆਂ। ਅਤੇ ਫਿਰ ਦਾਨੀ ਸੱਜਣਾ ਦੀ ਜਿਹੜੀ ਆਰਥਿਕ ਤਰੱਕੀ ਆ ਉਹਦੇ ਵਿੱਚ ਕੋਈ ਵਿਘਨ ਨਹੀਂ ਆਉਂਦਾ। ਵਾਹਿਗੁਰੂ ਇਹੋ ਜਿਹੇ ਸੱਜਣ ਜਿਹੜੇ ਗੁਪਤ ਦਾਨ ਕਰਦੇ ਇਹਨਾਂ ਨੂੰ ਹੋਰ ਸੁੰਦਰ ਮੌਕੇ ਦਿੰਦਾ ਤਾਂ ਜੋ ਉਹ ਸੰਸਾਰ ਦੇ ਵਿੱਚ ਆ ਕੇ ਹੋਰ ਦਾਨ ਕਰਕੇ ਬਾਕੀ ਜਿੰਨੇ ਜੀਵ ਹੈਗੇ ਆ ਉਹਨਾਂ ਦਾ ਭਲਾ ਕਰ ਸਕਣ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।